मोगा देश का पहला ऐसा जिला बन रहा है। इस जिले में इस बार कोई भी किसान पराली को आग नहीं लगाएंगे, बल्कि इस बार प्रशासन द्वारा मोगा जिला को 20 बेलर दिए जा रहे हैं, जो कि जिले की 10 सोसाइटियों को दिए जा रहे हैं, जो कि करीब 150 गांव से ऊपर किसानों को दिए जाएंगे, ताकि किसान पराली को इकट्ठा कर उसकी गांठें बनाकर फैक्ट्रियों में बेचेंगे। जिक्र योग है कि देश का मोगा एक ऐसा जिला है जिसके डिप्टी कमिश्नर संदीप हंस को नीति आयोग की और 3 करोड़ रुपए मोगा के विकास के लिए दिए, और प्रशासन ने इस ग्रांट को पराली का हल निकालने के लिए लगाया, जिसको लेकर आज मोगा में भारी गिनती में किसान पहुंचे और उन्होंने खुशी जताई। वहीं किसानों ने सिर्फ ट्रैक्टर के लिए तेल का खर्चा लिया जाएगा। मोगा से भजन लाल की रिपोर्ट, लाइव भारत। ਜ਼ਿਲ੍ਹਾ ਹੈਗਾ ਜਿਹੜਾ ਐਤਕੀ ਪੋਲਿਊਸ਼ਨ ਮੁਕਤ ਹੋ ਰਿਹਾ, ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਬੇਲਰ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ ਪਰਾਲੀ ਸੰਭਾਲਣ। ਮੈਂ ਪਹਿਲਾਂ ਤਾਂ ਸਰਕਾਰ ਦਾ ਧੰਨਵਾਦ ਕਰਦਾ, ਫਿਰ ਮੈਂ ਮੋਗੇ ਦੇ ਸਾਰੇ ਪ੍ਰਸ਼ਾਸਨ ਦਾ ਬੜਾ ਧੰਨਵਾਦ ਵੀ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ। ਪੰਜਾਬ ਸਾਡਾ ਖੇਤੀਬਾੜੀ ਆਧਾਰਿਤ ਸੂਬਾ ਆ ਔਰ ਇੱਥੇ ਜਿੰਨੀ ਦੇਰ ਤੱਕ ਖੇਤੀ ਨੂੰ ਨਾ ਸੰਭਾਲਿਆ ਗਿਆ, ਖੇਤੀ ਦੀ ਵਾਸਤੇ ਉન્નਤ ਤਕਨੀਕਾਂ ਨਾ ਲਿਆਂਦੀਆਂ ਗਈਆਂ, ਉਨੀ ਦੇਰ ਤੱਕ ਸਾਡਾ ਸੂਬਾ ਜਿਹੜਾ ਉਹ ਅੱਗੇ ਨਹੀਂ ਵੱਧ ਸਕਣਾ। ਜਿੱਥੇ ਅੱਜ ਅਸੀਂ ਇਸ ਗੱਲ ਵਾਸਤੇ ਮੁਬਾਰਕਬਾਦ ਦਿੰਦੇ ਆਪਣੇ ਪਿੰਡਾਂ ਵਾਲਿਆਂ ਨੂੰ ਵੀ, ਮੋਗੇ ਬਲਾਕ ਦੇ ਜਿਹੜੇ 2 ਪਿੰਡ ਚੁਣੇ ਗਏ ਆ ਔਰ ਆਉਂਦੇ ਦਿਨਾਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਜਿਹੜੇ ਬਾਕੀ ਪਿੰਡ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ, ਤਾਂ ਕਿ ਜਿਹੜਾ ਪਰਾਲੀ ਨੂੰ ਸਾੜਨ ਦੀ ਬੜੀ ਦੇਰ ਤੋਂ ਪ੍ਰਥਾ ਚੱਲਦੀ ਪਈ ਹੈ, ਜਿੱਥੇ ਉਹਦੇ ਨਾਲ ਕਿਸਾਨ ਦੇ ਮਿੱਤਰ ਕੀੜੇ ਮਰ ਜਾਂਦੇ, ਉੱਥੇ ਸਾਰਿਆਂ ਦੀ ਜਿਹੜੀ ਸਿਹਤ ਵੀ ਖਰਾਬ ਹੁੰਦੀ ਹੈ ਧੂਏ ਦੇ ਨਾਲ, ਔਰ ਬਹੁਤ ਸਾਰੇ ਐਕਸੀਡੈਂਟ ਵੀ ਉਹਦੇ ਨਾਲ ਹੁੰਦੇ ਆ। ਸੋ ਮੈਂ ਇਸ ਗੱਲ ਵਾਸਤੇ ਆਪਣੇ ਕਿਸਾਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਇਹ ਪਹਿਲ ਕਦਮੀ ਹੈਗੀ ਆ ਕਿ ਜਿਹੜੀ ਖੇਤੀ ਦੀ ਪਰਾਲੀ ਦੀ ਅੱਗ ਲਾਉਣ ਵਾਲੀ ਗੱਲ ਆ, ਖੇਤੀ ਨੂੰ ਉન્નਤ ਪਾਸੇ ਲਿਆਉਣ ਵਾਲੀ ਗੱਲ ਆ, ਉਹ ਮਸ਼ੀਨਰੀ ਅੱਜ ਦਿੱਤੀ ਗਈ ਹੈ। ਔਰ ਮੈਂ ਅਰਦਾਸ ਕਰਦਾ ਕਿ ਕਿਸਾਨ ਖੁਸ਼ਹਾਲ ਰਹਿਣ, ਬਾਰਡਰਾਂ ਤੋਂ ਉੱਠ ਕੇ ਘਰਾਂ 'ਚ ਆਉਣ ਆਪਣੇ ਮਕਸਦ ਨੂੰ ਪੂਰਾ ਕਰਕੇ, ਔਰ ਮੇਰਾ ਪੰਜਾਬ ਜਿਹੜਾ ਉਹ ਤਰੱਕੀਆਂ ਕਰੇ। ਮੈਨੂੰ ਲੱਗਦਾ ਹੈ ਕਿ ਪੰਜਾਬ ਜਿਹੜਾ ਮੋਗਾ ਜ਼ਿਲ੍ਹੇ ਦੇ ਜਿਹੜੇ ਕਿਸਾਨ ਆ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਇੱਕ ਉਪਰਾਲਾ ਹੈਗਾ, ਜਦੋਂ ਤੱਕ ਅਸੀਂ ਉਹਨਾਂ ਨੂੰ ਉਹਦਾ ਕੋਈ ਬਦਲ ਨਹੀਂ ਦੇਵਾਂਗੇ ਉਨੀ ਦੇਰ ਤੱਕ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਓ। ਪਰਾਲੀ ਨੂੰ ਸਾਂਭਣਾ ਜਿਹੜਾ ਬਹੁਤ ਮੁਸ਼ਕਿਲ ਆ, ਔਰ ਇਹ ਜਿਹੜੇ ਬੇਲਰ ਆ ਤੇ ਜਿਹੜੀ ਦੂਜੀ ਮਸ਼ੀਨ ਹੈ ਉਹਦੇ ਨਾਲ ਜਿਹੜੀ ਪਰਾਲੀ ਦੀ ਸੰਭਾਲ, ਉਹਦੀਆਂ ਗੱਠਾਂ ਬੰਨਣੀਆਂ ਆਸਾਨ ਹੋ ਜੂਗੀਆਂ। ਉਹਦੇ ਨਾਲ ਜਿਹੜਾ ਇੱਕ ਕਿੱਲੇ 'ਚ ਤਕਰੀਬਨ ਪੈਸੇ ਕਾਫੀ ਖਰਚ ਹੁੰਦੇ ਸੀ, ਉਹ ਸਾਰਾ 500-700 ਦਾ ਡੀਜ਼ਲ ਤੱਕ ਹੀ ਕੰਮ ਰਹਿ ਜਾਊਗਾ। ਸੋ ਇਹ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਉਹ ਇਹਨੂੰ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਵੀ ਕਰਨ ਔਰ ਜ਼ਿਮੀਂਦਾਰਾਂ ਦੀ ਮਦਦ ਵੀ ਕਰਨ। ਸ਼ੁਰੂਆਤ ਹੋਈ ਜੀ ਮੋਗੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਪੋਲਿਊਸ਼ਨ ਦੂਰ ਕਰਨ ਵਾਸਤੇ ਹਰ ਵੇਰੀ ਪਰਾਲੀ ਦੇ ਸਮੇਂ ਤੇ ਆ ਕੇ ਵੱਡੀ ਪੱਧਰ ਤੇ ਮਤਲਬ ਇਸ ਤਰ੍ਹਾਂ ਹੁੰਦਾ ਸੀ ਕਿ ਪਰਾਲੀ ਦਾ ਜਿਹੜਾ ਧੂੰਆਂ ਹੈ ਉਹ ਸਾਡੇ ਵਾਸਤੇ ਬਹੁਤ ਘਾਤਕ ਹੈ, ਪਰੰਤੂ ਇਹ ਜਿਹੜਾ ਡੀਸੀ ਸਾਹਿਬ ਨੂੰ ਜਿਹੜਾ 3 ਕਰੋੜ ਰੁਪਇਆ ਮਿਲਿਆ ਸੀ ਚੰਗੇ ਉਹਨਾਂ ਦੇ ਸੈਂਟਰ ਵੱਲੋਂ, ਉਹਨਾਂ ਨੇ ਸਾਰੇ ਪੈਸੇ ਜਿਹੜੇ 3 ਕਰੋੜ ਰੁਪਇਆ ਇਹ ਸਾਰੇ ਕਿਸਾਨਾਂ ਨੂੰ ਬੇਲਰ ਦੇਣ ਦਾ 10 ਸੁਸਾਇਟੀਆਂ ਦੇ ਵਿੱਚ 2-2 ਬੇਲਰ ਦਿੱਤੇ ਜਾ ਰਹੇ ਆ। ਇਹ ਇੱਕ ਮੋਗੇ ਜ਼ਿਲ੍ਹੇ ਤੋਂ ਬਹੁਤ ਵੱਡੀ ਚੰਗੀ ਸ਼ੁਰੂਆਤ ਕੀਤੀ ਹੈ, ਡੀਸੀ ਸਾਹਿਬ ਦੀ ਬਹੁਤ ਚੰਗੀ ਸੋਚ ਹੈ, ਔਰ ਸਾਨੂੰ ਇਹਦੇ ਨਾਲ ਮਿਲ ਕੇ ਸਾਰੇ ਕਿਸਾਨਾਂ ਨੂੰ ਵੀ ਹੋਰਾਂ ਨੂੰ ਵੀ ਇਹਦੇ ਨਾਲ ਹੁਣ ਸਾਨੂੰ ਤੁਰਨਾ ਪਊਗਾ। ਇਸ ਕਰਕੇ ਕਿ ਅਸੀਂ ਪੋਲਿਊਸ਼ਨ ਦੇ ਵਿੱਚ ਜੇ ਅਸੀਂ ਖੇਤ 'ਚ ਅੱਗ ਲਾਉਣੇ ਆ ਤੇ ਸਭ ਤੋਂ ਪਹਿਲਾਂ ਪੋਲਿਊਸ਼ਨ ਸਾਨੂੰ ਮਿਲਦਾ ਹੈ। ਇਸ ਕਰਕੇ ਅਸੀਂ ਇੱਕ ਸ਼ੁਰੂਆਤ ਹੋਈ ਹੈ, ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਹੁਣ ਖੇਤਾਂ ਦੇ ਵਿੱਚ ਅੱਗ ਨਾ ਲਾਈਏ। ਇਸ ਤਰ੍ਹਾਂ ਦੇ ਜਿਵੇਂ ਸਾਡੇ ਕੋਲ ਸੰਦ ਆ ਗਏ ਆ, ਬੇਲਰ ਆ ਗਏ, ਰੇਕ ਆ ਗਏ ਆ, ਇਹਦੇ ਨਾਲ ਅਸੀਂ ਉਹਨੂੰ ਜਿਹੜੀ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਤੇ ਉਹਦੇ ਵਿੱਚ ਸੁਸਾਇਟੀਆਂ ਦੇ ਰਾਹੀਂ ਤੇ ਅਸੀਂ ਨਾਲ ਦੀ ਨਾਲ ਮਤਲਬ ਇਹਦਾ ਇੰਤਜ਼ਾਮ ਕਰੀਏ ਤੇ ਖੇਤਾਂ ਦੇ ਵਿੱਚ ਅੱਗ ਨਾ ਲਾ ਕੇ ਤੇ ਇੱਕ ਚੰਗਾ ਕਰਮ ਸ਼ੁਰੂ ਕੀਤਾ। ਡੀਸੀ ਸਾਹਿਬ ਦੀ ਉਦਮ ਦੇ ਨਾਲ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚੋਂ ਇਹਦੀ ਸ਼ੁਰੂਆਤ ਕੀਤੀ ਹੈ ਤੇ ਇਸ ਕਰਕੇ ਅਸੀਂ ਇਸ ਗੱਲ ਨੂੰ ਅੱਜ ਦੇ ਦਿਨ ਨੂੰ ਬਹੁਤ ਚੰਗਾ ਗਿਣਦੇ ਹਾਂ। ਕਿਸ ਤਰ੍ਹਾਂ ਮਸ਼ੀਨ ਕੰਮ ਕਰੇਗੀ? ਮਸ਼ੀਨ ਇਹ ਚੱਲਦੀ ਹੈ ਜੀ, ਪਹਿਲਾਂ ਵੀ ਚੱਲਦੀਆਂ ਮਸ਼ੀਨਾਂ, ਮਤਲਬ ਟਰੈਕਟਰ ਮਗਰ ਚੱਲਦੀਆਂ, ਕੁਛ ਰੇਕ ਇੱਕ ਆਉਂਦਾ ਨੂੰ ਇਕੱਠਾ ਕਰਦਾ, ਫਿਰ ਦੂਸਰਾ ਟਰੈਕਟਰ ਉਹਦੇ ਮਗਰ ਜਿਹੜੀ ਇਹ ਬੇਲਰ ਆਉਂਦਾ ਤੇ ਉਹਦੀਆਂ ਇਹ ਗੱਠਾਂ ਬੰਨੀ ਜਾਂਦਾ ਤੇ ਗੱਠਾਂ ਬੰਨ੍ਹ ਕੇ ਤੇ ਇਹ ਫਿਰ ਬਾਅਦ ਦੇ ਵਿੱਚ ਗੱਠਾਂ ਚੱਕੀਆਂ ਜਾਂਦੀਆਂ, ਫੈਕਟਰੀਆਂ ਨੂੰ ਲਿਜਾ ਵੜਦੀਆਂ। ਇਸ ਕਰਕੇ ਇਹਦਾ ਇੱਕ ਬਹੁਤ ਹੀ ਚੰਗਾ ਪ੍ਰੋਸੈਸ ਹੈ ਕਿ ਜੇ ਇਹ ਆ ਗਿਆ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਇੱਕ ਹੋਰ ਵੀ ਚੱਲਿਆ ਕੰਮ ਕਿ ਕੁਛ ਲਗਭਗ ਪਤਾ ਲੱਗਾ ਕਿ 5 ਲੱਖ ਏਕੜ ਤੱਕ ਸਾਨੂੰ ਕੋਈ ਫਰੀ ਦਵਾਈ ਦਿੱਤੀ ਜਾਣੀ ਹੈ, ਜਿਹੜੀ ਕਿ ਖੇਤ ਦੇ ਵਿੱਚ ਹੀ ਪਰਾਲੀ ਨੂੰ ਮਤਲਬ ਖਤਮ ਕਰ ਦਿੰਦੀ ਹਫ਼ਤੇ 10 ਦਿਨ ਦੇ ਵਿੱਚ।
ਜਣੇ ਇਸ ਕਰਕੇ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਕਾਫੀ ਕੁਝ ਸਰਕਾਰ ਵੱਲੋਂ ਚੱਲਿਆ ਔਰ ਸਲਾਹੁਣਯੋਗ ਕਦਮ ਹੈ। ਨਿਰਮਲ ਜੀ ਲੱਗਦਾ ਵੀ ਜਿਸ ਤਰੀਕੇ ਨਾਲ ਮੋਗੇ ਤੋਂ ਸ਼ੁਰੂਆਤ ਕੀਤੀ ਗਈ ਹੈਗੀ ਆ, ਮੋਗਾ ਜਿਹੜਾ ਹੈਗਾ ਐਤਕੀ ਪੋਲਿਊਸ਼ਨ ਮੁਕਤ ਹੋ ਜਾਊਗਾ। ਬਿਲਕੁਲ ਜੀ ਬਿਲਕੁਲ ਸ਼ੁਰੂਆਤ ਹੋਈ ਹੈ ਔਰ ਅਸੀਂ ਜਥੇਬੰਦੀਆਂ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਔਰ ਅਸੀਂ ਇਸ ਗੱਲ ਤੇ ਸਾਥ ਦੇਵਾਂਗੇ। ਅਸੀਂ ਆਪ ਵੀ ਇਸ ਗੱਲ ਤੇ ਵੀ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਕੋਈ ਚੰਗੀ ਗੱਲ ਨਹੀਂ ਗੀ, ਇਹਦੇ ਨਾਲ ਸਾਡਾ ਆਪਦਾ ਨੁਕਸਾਨ ਬਹੁਤ ਹੁੰਦਾ, ਪੋਲਿਊਸ਼ਨ ਹੋ ਜਾਂਦਾ ਹੈ, ਉਹ ਉਸੇ 'ਚ ਅਸੀਂ ਸਾਹ ਲੈਣਾ ਹੁੰਦਾ। ਜਿਹੜੀਆਂ ਮਸ਼ੀਨਾਂ ਵੰਡੀਆਂ ਗਈਆਂ ਕੀ ਕਹਿਣਾ ਚਾਹੋਗੇ? ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਵੀ ਤੇ ਨਾਲ ਮੈਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਸੰਦੀਪ ਹੰਸ ਜੀ IAS, ਜਿਨ੍ਹਾਂ ਦੀ ਮਿਹਰਬਾਨੀ ਸਦਕਾ, ਜਿਨ੍ਹਾਂ ਦੀ ਮਿਹਨਤ ਸਦਕਾ, ਜਿਨ੍ਹਾਂ ਦੀ ਮੁਸ਼ੱਕਤ ਸਦਕਾ ਪੰਜਾਬ ਵਿੱਚ ਸਭ ਤੋਂ ਪਹਿਲਾਂ ਪਰਾਲੀ ਦੇ ਪ੍ਰਬੰਧ ਵਾਸਤੇ, ਸਾੜਨ ਵਾਸਤੇ ਨਹੀਂ, ਪਰਾਲੀ ਦੇ ਪ੍ਰਬੰਧ ਵਾਸਤੇ ਮਸ਼ੀਨਾਂ ਇਹ ਕੋਆਪਰੇਟਿਵ ਸੁਸਾਇਟੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ। ਤਾਂ ਮੈਂ ਸਮਝਦਾ ਇਹ ਇੱਕ ਬਹੁਤ ਬੜਾ ਉਪਰਾਲਾ ਹੈ ਪ੍ਰਦੂਸ਼ਣ ਖਤਮ ਕਰਨ ਦਾ ਔਰ ਬਹੁਤ ਬੜਾ ਉਪਰਾਲਾ ਹੈ ਲੋਕਾਂ ਦੀ ਸਿਹਤ ਨੂੰ ਕਾਇਮ ਰੱਖਣ ਦਾ। ਕੁੱਲ ਕਿੰਨੀਆਂ ਮਸ਼ੀਨਾਂ ਸਰ ਦਿੱਤੀਆਂ ਗਈਆਂ ਤੇ ਕਿੰਨੇ ਪਿੰਡਾਂ ਨੂੰ ਦਿੱਤੀਆਂ ਗਈਆਂ? 20 ਮਸ਼ੀਨਾਂ ਦਿੱਤੀਆਂ ਗਈਆਂ ਨੇ, ਹਰ ਇੱਕ ਕੋਆਪਰੇਟਿਵ ਸੁਸਾਇਟੀ ਨੂੰ 2 ਦਿੱਤੀਆਂ ਗਈਆਂ ਨੇ ਔਰ ਉਹ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਨਗੀਆਂ। ਮੈਂ ਸਮਝਦਾ ਪੰਜਾਬ 'ਚ ਸਭ ਤੋਂ ਪਹਿਲਾਂ ਇੱਕ ਮੋਗਾ ਜ਼ਿਲ੍ਹਾ ਹੈ ਜਿਸ ਦਾ ਇਹ ਉਪਰਾਲਾ ਹੈਗਾ। ਇਸ ਤੋਂ ਮਗਰੋਂ ਕੋਈ ਕਰੀ ਜਾਵੇ ਲੇਕਿਨ ਅੱਵਲ ਨੰਬਰ ਤੇ ਮੋਗਾ ਆਇਆ ਔਰ ਉਹ ਵੀ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਸੰਦੀਪ ਹੰਸ ਜੀ ਦੀ ਵਜ੍ਹਾ ਦੇ ਨਾਲ। ਲੱਗਦਾ ਸਰ ਇਹਦੇ ਨਾਲ ਜਿਹੜੀ ਪਰਾਲੀ ਸਾੜਨ ਨੂੰ ਲੈ ਕੇ ਕਿਸਾਨ ਜਾਗਰੂਕ ਹੋਣਗੇ ਤੇ ਪਰਾਲੀ ਵੀ ਘੱਟ ਸੜੂਗੀ ਆਉਣ ਵਾਲੇ ਦਿਨਾਂ 'ਚ। ਕਿਸਾਨ ਪਹਿਲਾਂ ਵੀ ਜਾਗਰੂਕ ਹੈ ਲੇਕਿਨ ਉਹਨਾਂ ਦੀ ਕੋਈ ਮਜਬੂਰੀ ਸੀ ਜਿਸ ਕਰਕੇ ਉਹ ਸਭ ਕੁਝ ਕਰਦੇ ਸੀਗੇ, ਲੇਕਿਨ ਹੁਣ ਕਿਉਂਕਿ ਮਸ਼ੀਨ ਆ ਗਈ ਹੈ ਔਰ ਪ੍ਰਸ਼ਾਸਨ ਵੱਲੋਂ ਮਸ਼ੀਨ ਦਿੱਤੀ ਗਈ ਹੈ, ਇਸ ਕਰਕੇ ਇਹਦਾ ਆਪਣੇ ਉਹ ਇਹਨੂੰ ਸੰਭਾਲਣਗੇ ਔਰ ਇਹਦੇ ਨਾਲ ਕੰਮ ਕਰਕੇ ਪੋਲਿਊਸ਼ਨ ਖਤਮ ਕਰਨਗੇ। ਸੋ ਇਹ ਹਰੇਕ ਅਸੀਂ ਜਿਹੜੀ ਕੋਆਪਰੇਟਿਵ ਸੁਸਾਇਟੀ ਨੂੰ ਅਸੀਂ 2 ਦਿੱਤੀਆਂ ਹੈਗੀਆਂ ਔਰ ਇਹਨਾਂ ਪਿੰਡਾਂ ਦੀ ਜਿਹੜੀ ਅਸੀਂ ਚੋਣ ਕੀਤੀ ਸੀ, ਅਸੀਂ ਬੜੀ ਉਹ ਸੋਚ ਸਮਝ ਕੇ ਕੀਤੀ ਸੀਗੀ। ਇਹਨਾਂ ਪਿੰਡਾਂ ਵਿੱਚ ਅੱਗ ਲੱਗਣ ਦੇ ਇਨਸੀਡੈਂਟ ਜ਼ਿਆਦਾ ਹੁੰਦੇ ਸੀਗੇ। ਸੋ ਜਦੋਂ ਅਸੀਂ ਪਲੈਨਿੰਗ ਕੀਤੀ, ਜਦੋਂ ਇਹ ਸਾਨੂੰ ਅਵਾਰਡ ਮਨੀ ਨੀਤੀ ਆਯੋਗ ਨੇ ਅਨਾਉਂਸ ਕੀਤਾ ਤੇ ਸਾਰੀਆਂ ਗੱਲਾਂ ਬੜੀਆਂ ਸੋਚ ਸਮਝ ਕੇ ਵੀ ਇਹ ਕਿਵੇਂ ਪਰਚੇਜ਼ ਕਰਾਂਗੇ, ਕਿਹਨੂੰ ਹੈਂਡਓਵਰ ਕਰਾਂਗੇ, ਕਿਵੇਂ ਚੱਲੂਗੀ, ਇਹਦਾ ਖਰਚਾ ਕਿਵੇਂ ਨਿਕਲੂਗਾ, ਇਹ ਸਾਰੀਆਂ ਗੱਲਾਂ ਸੋਚ ਵਿਚਾਰ ਕਰਕੇ ਤੇ ਕਿਉਂਕਿ ਇਹ ਬੜੀ ਇੱਕ ਵੱਡੀ ਸਮੱਸਿਆ ਹੈਗੀ ਹੈ ਆਪਣੇ ਦੇਸ਼ ਵਾਸਤੇ, ਆਪਣੀ ਸਟੇਟ ਵਾਸਤੇ ਕਿ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਦਾ ਹੈ। ਸੋ ਗਵਰਨਮੈਂਟ ਦੀ ਬੜੀ ਇਹ ਕੋਸ਼ਿਸ਼ ਹੈ, ਸੁਪਰੀਮ ਕੋਰਟ ਦੇ ਹੁਕਮ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਹੈ ਵੀ ਇਹ ਪੋਲਿਊਸ਼ਨ ਤੇ ਕਾਬੂ ਕੀਤਾ ਜਾਵੇ। ਸੋ ਇੱਕ ਮਸ਼ੀਨਰੀ ਦਾ ਇਸਤੇਮਾਲ ਕਰਕੇ ਇਹ ਗੰਢਾਂ ਜਦੋਂ ਬੰਨਣਗੀਆਂ, ਇਹ ਬੰਨਣ ਤੋਂ ਬਾਅਦ ਗੰਢਾਂ ਜਿਹੜੀਆਂ ਹੈਗੀਆਂ ਇਹ ਜਿਹੜਾ ਵੀ ਬਾਇਓ CNG ਪਲਾਂਟ ਆਪਣਾ ਨੀਅਰੈਸਟ ਜਿਹੜਾ ਹੈਗਾ ਤਲਵੰਡੀ ਭਾਈ, ਸੋ ਉਹਨਾਂ ਨਾਲ ਜਿਹੜਾ ਟਾਈ ਅਪ ਕਰੇਗੀ ਕੋਆਪਰੇਟਿਵ ਸੁਸਾਇਟੀ ਔਰ ਉਹਨਾਂ ਨੂੰ ਜਿਹੜੀ ਇਹ ਹੈਂਡਓਵਰ ਚੁਕਾ ਦੇਗੀ। ਠੀਕ ਹੈ ਨਾ, ਜੋ ਵੀ ਰੇਟ ਉਹ ਮੁਕਰਰ ਹੋਊਗਾ ਉਸ ਰੇਟ ਤੇ ਚੁਕਾਈ ਜਾਊਗੀ। ਇਹਦਾ ਬਹੁਤ ਹੀ ਵਧੀਆ ਜਿਹੜਾ ਇਹ ਡਿਸਪੋਜ਼ਲ ਹੋਏਗਾ। ਸਰ ਕਈ ਵਾਰ ਕਿਸਾਨਾਂ ਨੂੰ ਇਹ ਰਹਿੰਦਾ ਕਿ ਜਦੋਂ ਗੰਢਾਂ ਬੰਨ੍ਹੀਆਂ ਜਾਂਦੀਆਂ ਖੇਤਾਂ 'ਚ ਪਈਆਂ ਰਹਿੰਦੀਆਂ ਉਹ ਚੱਕੀਆਂ ਨਹੀਂ ਜਾਂਦੀਆਂ। ਦੇਖੋ ਇਹਨੂੰ ਐਂਡ ਟੂ ਐਂਡ ਸੋਲੂਸ਼ਨ ਕਹਿੰਦੇ ਹੈਗੇ। ਇਹਦੇ ਦੋਹੇ ਪਾਸੇ ਫਾਰਵਰਡ ਲਿੰਕੇਜ, ਬੈਕਵਰਡ ਲਿੰਕੇਜ ਇਹ ਸਾਰੀ ਕਰਨੀ ਪਈ। ਇਹਦੇ ਬਾਰੇ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਸੁਚੇਤ ਸੀਗੇ। ਜਿਹੜੀ ਅਸੀਂ ਇਹ ਹੈਂਡਓਵਰ ਕਰਨ ਵੇਲੇ ਮਸ਼ੀਨਾਂ ਜਿਹੜੀ DR ਕੋਆਪਰੇਟਿਵ ਸੁਸਾਇਟੀ ਨੂੰ ਅਸੀਂ ਹਦਾਇਤਾਂ ਵੀ ਇਹ ਦਿੱਤੀਆਂ, ਉਹ ਇਹ ਸਾਰੀਆਂ ਦਿੱਤੀਆਂ ਹੈਗੀਆਂ ਵੀ ਡਰਾਈਵਰ ਦੇ ਮਿਹਨਤਾਨੇ ਤੋਂ ਲੈ ਕੇ ਡੀਜ਼ਲ ਦੇ ਖਰਚੇ ਹੋਰ ਇਹ ਸਾਰੇ ਖਰਚੇ ਵਿੱਚ ਪਾ ਕੇ ਬਹੁਤ ਹੀ ਰੀਜ਼ਨੇਬਲ ਰੇਟ ਤੇ ਇਹਦਾ ਕਿਰਾਇਆ ਲਿੱਤਾ ਜਾਵੇ। ਮੁਫਤ ਦੀ ਚੀਜ਼ ਦਾ ਦੇਖੋ ਮੁੱਲ ਨਹੀਂ ਪੈਂਦਾ। ਥੋੜ੍ਹਾ ਬਹੁਤ ਕਿਰਾਇਆ ਜੇ ਆਪਾਂ ਮਾਰਕੀਟ ਨਾਲ ਕੰਪੇਅਰ ਕਰੀਏ ਤਾਂ ਇਹ ਬਹੁਤ ਵਾਜਿਬ ਰੇਟ ਤੇ ਕਿਰਾਏ ਤੇ ਮਿਲਣਗੀਆਂ ਤੇ ਇਹ ਅਵੇਲੇਬਲ ਹੈ ਮਸ਼ੀਨਾਂ ਔਰ ਅਸੀਂ ਜਿਹੜੀ ਬੈਸਟ ਮਸ਼ੀਨ ਔਰ ਬੈਸਟ ਰੇਟ ਤੇ ਲਿੱਤੀ ਹੈਗੀ। ਇਹਦੇ ਨਾਲ ਜਦੋਂ ਕੋਆਪਰੇਟਿਵ ਸੁਸਾਇਟੀ ਕੋਲ ਮਸ਼ੀਨ ਆ ਜਾਊਗੀ ਲੋਕੀ ਕਿਸਾਨ ਇਹਦਾ ਫਾਇਦਾ ਚੱਕਣਗੇ। ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਰਾਤੋਂ ਰਾਤ ਰਿਜ਼ਲਟ ਆਉਣਗੇ, ਲੇਕਿਨ ਬਹੁਤ ਇੱਕ ਪਹਿਲੀ ਤਰ੍ਹਾਂ ਦੀ ਇੱਕ ਨਿਵੇਕਲੀ ਸ਼ੁਰੂਆਤ ਹੈਗੀ ਹੈ। ਸਟੇਟ ਵਿੱਚ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਨੇ ਕੀਤਾ ਹੈਗਾ। ਸੋ ਮੈਨੂੰ ਪੂਰੀ ਉਮੀਦ ਹੈ ਵੀ ਇਹਦੇ ਨਾਲ ਇਹਦੇ ਰਿਜ਼ਲਟਸ ਜ਼ਰੂਰ ਆਉਣਗੇ। ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ? ਇਹ ਦੇਖੋ ਜਿਹੜੇ ਤੇ ਪਿੰਡਾਂ ਨੂੰ ਜਿਹੜੀ ਸੁਸਾਇਟੀ ਨੂੰ ਦਿੱਤੀ ਹੈ ਉਹਨਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ। ਤੁਸੀਂ ਇਹ ਦੇਖ ਲਓ 10 ਪਿੰਡ ਨੇ ਇਹ ਜਿਹੜੇ ਨਾਲ ਦੇ ਪਿੰਡ ਹੈਗੇ ਆ ਉਹ ਵੀ ਇਹਨੂੰ ਕਵਰ ਕਰਨਗੇ। ਔਰ ਇਸ ਤੋਂ ਇਲਾਵਾ ਸਾਡੇ ਆਲਰੇਡੀ ਜਿਹੜੇ ਕਈ ਸੁਸਾਇਟੀਆਂ ਕੋਲ ਬੇਲਰ ਵੀ ਹੈਗੇ, ਕਈ ਪ੍ਰਾਈਵੇਟ ਜਿਹੜੇ ਬੰਦੇ ਹੈਗੇ ਉਹਨਾਂ ਕੋਲ ਵੀ ਬੇਲਰ ਹੈਗੇ। ਸੋ ਅਸੀਂ ਇਹਨੂੰ ਇਸ ਢੰਗ ਨਾਲ ਚਲਾਵਾਂਗੇ ਵੀ ਮੈਕਸਿਮਮ ਏਰੀਆ ਜਿਹੜਾ ਹੈਗਾ ਇਹਨੂੰ ਕਵਰ ਕੀਤਾ ਜਾ ਸਕੇ। ਕਿੰਨੇ ਗਿਣਤੀ ਨਹੀਂ ਦੱਸੀ ਜਾ ਸਕਦੀ, ਲੇਕਿਨ ਏਰੀਆ ਜ਼ਰੂਰ ਅਸੀਂ ਮੈਕਸਿਮਮ ਕਵਰ ਕਰਾਂਗੇ। ਜਿਹੜਾ ਫੰਡ ਆਇਆ ਸੀ ਨੀਤੀ ਆਯੋਗ ਵੱਲੋਂ ਇਸ ਤਰ੍ਹਾਂ ਪੈਸੇ ਕਰਕੇ ਆਇਆ ਸੀ ਜਾਂ ਉਹ ਜਿਹੜਾ ਫੰਡ ਆਇਆ ਸੀ ਨੀਤੀ ਆਯੋਗ ਤੋਂ ਉਹ 3 ਕਰੋੜ ਦਾ ਉਹਨਾਂ ਨੇ ਮੋਗਾ ਜ਼ਿਲ੍ਹੇ ਨੂੰ ਅਵਾਰਡ ਮਨੀ ਦਿੱਤਾ ਸੀਗਾ ਆਪਣੀ ਚੰਗੀ ਕਾਰਗੁਜ਼ਾਰੀ ਕਰਕੇ।
ਉਹਨਾਂ ਨੇ ਕਿਹਾ ਸੀ ਤੁਸੀਂ ਭਾਵੇਂ ਸਿੱਖਿਆ ਤੇ ਖਰਚ ਕਰ ਲਓ, ਭਾਵੇਂ ਸਿਹਤ ਤੇ ਖਰਚ ਕਰ ਲਓ, ਭਾਵੇਂ ਐਗਰੀਕਲਚਰ ਤੇ ਖਰਚ ਕਰੋ। ਉਸ ਵੇਲੇ ਸਾਡੇ ਫਿਰ ਦਿਮਾਗ 'ਚ ਆਇਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਐਗਰੀਕਲਚਰ ਤੇ ਖਰਚ ਕਰਾਂਗੇ। ਸੋ ਇਸ ਕਰਕੇ ਅਸੀਂ ਇਹ ਪ੍ਰਪੋਜ਼ਲ ਬਣਾਈ ਹੈਗੀ ਹੈ। 13,30,000 ਦੀ ਇਹ ਮਸ਼ੀਨ ਹੈਗੀ ਹੈ। ਮਾਰਕੀਟ ਵਿੱਚ ਇਹਦਾ ਰੇਟ ਥੋੜ੍ਹਾ ਜਿਹਾ ਵੱਧ ਹੋਊਗਾ, ਸਾਨੂੰ ਇਸ ਕਰਕੇ ਥੋੜੀ ਕੰਪੀਟੀਟਿਵ ਰੇਟ ਤੇ ਮਿਲੀ ਹੈ ਕਿਉਂਕਿ ਇਕੱਠੇ ਲਿੱਤੇ ਹੈਗੇ ਬੇਲਰ 20 ਬੇਲਰ ਦੇ ਜਿਹੜੇ ਲਿੱਤੇ ਹੈ। ਸੋ ਮੇਰੇ ਹਿਸਾਬ ਨਾਲ ਇੱਕ ਚੰਗੀ ਸ਼ੁਰੂਆਤ ਹੈ, ਇੱਕ ਚੰਗੀ ਡੀਲ ਹੈ। देखो मेडिकोम आयुर्वेदिक सेंटर, यहाँ पर आपको मिलेगा हर मुश्किल का हल, जैसे कि मर्दाना कमजोरी, औरतों और पुरुषों के गुप्त रोग, बे औलाद, फालतू चर्बी, बढ़ा हुआ पेट घटाएं, बवासीर, और आपको मिलेगी हर प्रकार की आयुर्वेदिक दवाइयाँ। मेडिकोम आयुर्वेदिक सेंटर, दीप कॉम्प्लेक्स ऑपोजिट दुआबा शोरूम, कोट रोड, अमृतसर। रोजाना मिल 6 बजे तक।